ਸ਼੍ਰੋਮਣੀ ਅਕਾਲੀ ਦਲ ਨੇ ਐਸਜੀਪੀਸੀ ਦੇ ਚਾਰਟਰਡ ਅਕਾਊਂਟੈਂਟ ਸਿੰਦਰ ਸਿੰਘ ਕੋਹਲੀ ਨੂੰ ਇੱਕ ਕਾਨੂੰਨੀ ਨੋਟਿਸ ਜਾਰੀ ਕੀਤਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਐਸਜੀਪੀਸੀ ਦੇ ਖੇਤਰ ਤੋਂ ਗੁੰਮ ਹੋਣ ਤੋਂ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਈਸ਼ਰ ਸਿੰਘ ਜਾਂਚ ਕਮਿਸ਼ਨ ਬਣਾਇਆ ਸੀ। ਰਿਪੋਰਟ ਵਿੱਚ ਸੰਬੰਧਿਤ ਸੀਏ ਤੇ ਉਹਨਾਂ ਦੀ ਫਰਮ ਦਾ ਨਾਂ ਰਿਪੋਰਟ ਵਿੱਚ ਲਿਆ ਗਿਆ ਸੀ। ਦਾਅਵਾ ਕੀਤਾ ਗਿਆ ਹੈ ਕਿ ਰਿਪੋਰਟ ਵਿੱਚ ਇਸ ਫਰਮ ਦੇ ਗੈਰ ਪ੍ਰਦਰਸ਼ਨ ਤੇ ਅਣਗਹਿਲੀ ਦੀ ਗੱਲ ਕੀਤੀ ਗਈ ਹੈ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਕਿ ਐਸਜੀਪੀਸੀ ਦੇ ਨਾਲ ਹੋਏ ਕਰਾਰ ਮੁਤਾਬਕ ਫਰਮ ਨੂੰ ਹਫ਼ਤੇ ਵਿੱਚ 2 ਦਿਨ ਅੰਮ੍ਰਿਤਸਰ ਕੰਮ ਕਰਨਾ ਸੀ, परंतु वो नहीं आ रहे। इस करके श्रोमणी अकाली दल ने इस फर्म नूं कारण दसो नोटिस जारी करके 15 दिनों में जवाब मंगਿਆ। इंपॉर्टेंट गल हैगी है इन्हां दी जिहड़ी अपॉइंटमेंट सी वो 2010 ਦੇ ਵਿੱਚ 4 ਕੰਮਾਂ ਵਾਸਤੇ ਸੀਗੀ। दैट वाज प्री ऑडिट, कंकरेंट ऑडिट, कंप्यूटराइजेशन ऑफ अकाउंट्स, इंप्लीमेंटेशन ऑफ इंटरनल कंट्रोल सिस्टम्स एंड इंप्लीमेंटेशन ऑफ ऑनलाइन सिस्टम। ਇਹਦੇ ਵਿੱਚ ਜਿਹੜੀ ਈਸ਼ਰ ਸਿੰਘ ਕਮਿਸ਼ਨ ਇਨਕੁਆਇਰੀ ਕਮਿਸ਼ਨ ਹੈਗਾ ਉਹਦੇ ਵਿੱਚ ਇਹਨਾਂ ਦੇ ਬਿਆਨ ਨੇ ਜਿਹਦੇ 'ਚ ਇਹਨਾਂ ਨੇ ਐਡਮਿਟ ਕੀਤਾ ਹੈਗਾ ਭਈ ਅਸੀਂ ਸਵਾਏ ਪ੍ਰੀ ਆਡਿਟ ਤੋਂ ਕੋਈ ਕੰਮ ਨਹੀਂ ਹੋਰ ਕੀਤਾ ਹੈਗਾ, ਸਿਰਫ ਪ੍ਰੀ ਆਡਿਟ ਕੀਤਾ ਹੈਗਾ। ਤੇ ਐਟ ਵੇਰੀਅਸ ਪੁਆਇੰਟਸ ਆਫ ਟਾਈਮ 2010 ਜਨਵਰੀ 'ਚ ਇਹਨਾਂ ਦੀ ਅਪੁਆਇੰਟਮੈਂਟ ਹੋਈ ਸੀ 3.5 ਲੱਖ ਰੁਪਏ ਮਹੀਨੇ ਤੇ। ਐਂਡ ਜਿਹੜੇ ਮੈਂ ਫੈਕਟ ਸਟੇਟ ਕਰ ਰਿਹਾ ਇਹ ਈਸ਼ਰ ਸਿੰਘ ਇਨਕੁਆਇਰੀ ਕਮਿਸ਼ਨ ਦੇ ਵਿੱਚ ਐਡਮਿਟਡ ਫੈਕਟਸ ਨੇ, ਅਸੀਂ ਉਹੀ ਸਟੇਟ ਕਰ ਰਹੇ ਹਾਂ। ਉਹਦੇ ਵਿੱਚ ਫਿਰ ਇਹਨਾਂ ਨੇ ਇਨਕਰੀਮੈਂਟ ਪਹਿਲਾਂ 75,000 ਦੀ ਲਈ, ਫਿਰ 20,000 ਦੀ ਲਈ, 20,000 ਦੀ ਲਈ। ਸਾਡੇ ਕੋਲੇ 2012 ਤੱਕ ਦੀਆਂ ਫਿਗਰਸ ਨੇ। ਜੇ ਇਹਨਾਂ ਨੂੰ ਟੋਟਲ ਕਰ ਲਓ, ਇਹ ਸਪੋਜ਼ ਕਰ ਲਈਏ ਵੀ 2012 ਤੋਂ ਬਾਅਦ ਇਹਨਾਂ ਦੀ ਕੋਈ ਇਨਕਰੀਮੈਂਟ ਨਹੀਂ ਹੋਈ ਤਾਂ ਵੀ ਟੋਟਲ 7 ਕਰੋੜ ਤੋਂ ਉੱਤੇ ਬਣਦਾ ਹੈਗਾ। ਤੇ ਉਦੋਂ ਬਾਅਦ ਇਹਨਾਂ ਨੇ ਆਪ ਐਡਮਿਟਡ ਫੈਕਟ ਹੈ ਵੀ ਜਿਹੜੇ ਸਟਾਕ ਲੈਜਰ ਹੈ ਸ਼੍ਰੋਮਣੀ ਕਮੇਟੀ ਦੇ ਉਹਨਾਂ ਨੇ ਪੈਨਸਲ ਨਾਲ ਬਣਾਏ ਹੋਏ ਨੇ। ਸੋ ਪੈਨਸਲ ਨਾਲ ਬਣਾ ਕੇ ਤਾਂ ਜਦੋਂ ਮਰਜ਼ੀ ਇਰੇਜ਼ੇਬਲ ਪੈਨਸਲ ਨਾਲ ਕਰ ਲਓ। ਇਹਨਾਂ ਨੇ ਕਦੀ ਕਿਤੇ ਰਿਪੋਰਟ ਨਹੀਂ ਕੀਤਾ। ਫਿਰ ਇਹਨਾਂ ਨੇ ਜਿਹੜਾ ਉੱਥੇ ਫਿਜ਼ੀਕਲ ਸਟਾਕ ਵੈਰੀਫਿਕੇਸ਼ਨ ਸਰਦਾਰ ਨਿਰੰਜਨ ਸਿੰਘ ਨੇ ਉਹਨਾਂ ਨੇ ਕੀਤੀ ਸੀਗੀ, ਉਹ ਨਹੀਂ ਲਈ। ਜੋ ਪੈਨਸਲ ਵਾਲੇ ਸਟਾਕ ਰਜਿਸਟਰਸ ਹੈ ਉਹ ਲਈ। ਔਰ ਸਟਾਕ ਸਸਪੈਂਸ ਇਹਨਾਂ ਨੇ ਇੱਕ ਉੱਥੇ ਲੈਜਰ ਬਣਾਇਆ ਹੋਇਆ ਹੈ ਸਸਪੈਂਸ ਸਟਾਕ ਦਾ। ਸਸਪੈਂਸ ਸਟਾਕ ਦਾ ਲੈਜਰ ਅਕਾਊਂਟਿੰਗ ਵਰਲਡ 'ਚ ਐਗਜ਼ਿਸਟ ਹੀ ਨਹੀਂ ਕਰਦਾ ਜੀ। ਐਂਡ ਹੀ ਇਜ਼ ਐਡਮਿਟਡ ਹੀ ਨਿਊ ਅਬਾਊਟ ਇਟ। ਤੇ ਇਹਨਾਂ ਨੇ ਕਦੀ ਕਿਤੇ ਪੁਆਇੰਟ ਆਊਟ ਨਹੀਂ ਕੀਤਾ। ਫਿਰ ਜਦੋਂ ਮਹਾਰਾਜ ਜੀ ਸਰੂਪ ਅਗਨ ਭੇਟ ਹੋਏ ਨੇ ਉਹ ਇਹਨਾਂ ਨੂੰ ਪਤਾ ਸੀਗਾ, ਹੀ ਇਜ਼ ਐਡਮਿਟਡ ਕਿ ਮੈਨੂੰ ਪਤਾ ਅਗਨ ਭੇਟ ਹੋਏ ਨੇ, ਬਟ ਉਹ ਸਰੂਪ ਜਿਹੜਾ ਸਟਾਕ ਰਜਿਸਟਰ ਹੈ ਉਹਦੇ ਤੋਂ ਰਾਈਟ ਆਫ ਹੋਣੇ ਸੀਗੇ, ਉਹ ਰਾਈਟ ਆਫ ਨਹੀਂ ਕੀਤੇ। ਉਹ ਅੱਜ ਦੀ ਤਰੀਕ ਤੱਕ ਤਾਂ ਹੀ ਪਤਾ ਨਹੀਂ ਲੱਗ ਰਿਹਾ ਕਿੰਨੇ ਸਰੂਪ ਅਗਨ ਭੇਟ ਹੋਏ ਨੇ, ਬਿਕੋਜ਼ ਇਹਨਾਂ ਨੇ ਰਾਈਟ ਆਫ ਨਹੀਂ ਕੀਤੇ। ਇਹਨਾਂ ਨੇ ਅਕਾਊਂਟਿੰਗ ਬੁੱਕ 'ਚ ਰਾਈਟ ਆਫ ਕੀਤੇ ਹੁੰਦੇ ਸਾਨੂੰ ਅੱਜ ਇੱਕ ਪ੍ਰੂਫ ਹੁੰਦਾ ਜੀ ਇੰਨੇ ਸਰੂਪ ਅਗਨ ਭੇਟ ਹੋ ਗਏ। ਸੋ ਇਹ ਸਾਰੀ ਹੁਣ ਜਿਹੜਾ ਇੰਸਟੀਚਿਊਟ ਆਫ ਚਾਰਟਰਡ ਅਕਾਊਂਟੈਂਟਸ ਆਫ ਇੰਡੀਆ ਹੈਗਾ ਉਹਨੇ ਇੱਕ ਅਕਾਊਂਟਿੰਗ ਸਟੈਂਡਰਡਸ ਨੇ। ਸੋ ਆਲ ਦਿਸ ਨੈਗਲੀਜੈਂਸ ਇਜ਼ in violation of the accounting standards laid by Institute of Chartered Accountants of India. ਸੋ ਸਾਨੂੰ ਜਿਹੜਾ ਅਸੀਂ ਇਹਨਾਂ ਨੂੰ ਨੋਟਿਸ ਦਿੱਤਾ ਵੀ ਤੁਹਾਡੀਆਂ 2 ਵਾਇਲੇਸ਼ਨ ਸਭ ਤੋਂ ਇੰਪੋਰਟੈਂਟ ਨੇ। ਇੱਕ ਤਾਂ ਹੈਗਾ ਜਿਹੜੇ ਤੁਹਾਡੀ ਟਰਮਸ ਆਫ ਇੰਪਲੋਇਮੈਂਟ ਸੀਗਾ ਉਹਦੇ 'ਚ ਤੁਸੀਂ ਐਡਮਿਟ ਕੀਤਾ ਕਿ ਮੈਂ ਸਿਰਫ 4 ਚੋਂ ਇੱਕ ਕੰਮ ਵੀ ਨਹੀਂ ਕੀਤਾ, ਅੱਧਾ ਕੰਮ ਕੀਤਾ, ਨੰਬਰ 1। ਸੈਕਿੰਡ ਜਿਹੜਾ ਇਹਦੇ 'ਚ ਇਹ ਹੈਗਾ ਆ ਵੀ ਜਿਹੜਾ ਤੁਹਾਨੂੰ ਫਿਰ ਜੇ ਤੁਸੀਂ 7 ਕਰੋੜ ਦਿੱਤਾ ਹੈਗਾ ਤੁਹਾਨੂੰ ਉਹ ਤਾਂ 4 ਕੰਮਾਂ ਦਾ ਦਿੱਤਾ। ਉਹਦੇ 'ਚ ਐਸਜੀਪੀਸੀ ਨੇ ਰਿਕਵਰੀ ਨਹੀਂ ਪਾ ਰਹੇ, ਇਹਨਾਂ ਨੂੰ ਹਾਲੇ ਤੱਕ ਦੇਈ ਜਾ ਰਹੇ ਨੇ। ਐਂਡ ਅਸੀਂ ਅਸਿਊਮ ਕਰ ਰਹੇ ਹਾਂ 2012 ਤੋਂ ਜਿਹੜਾ ਉਹ ਸਾਡੀ ਨੌਲੇਜ 'ਚ ਨਹੀਂ ਹੈਗਾ, ਵੀ ਆਰ ਨਾਟ ਪ੍ਰੀਵੀ ਟੂ ਇਟ। ਦੂਸਰੀ ਗੱਲ, ਜਦੋਂ ਕੋਈ ਡਾਕੂਮੈਂਟ ਕੋਈ ਆਡਿਟ ਚਾਹੇ ਇੰਟਰਨਲ ਹੋਵੇ, ਚਾਹੇ ਪ੍ਰੀ ਆਡਿਟ ਹੋਵੇ, ਚਾਹੇ ਕੰਕਰੈਂਟ ਆਡਿਟ ਹੋਵੇ, ਵੈਨ ਇਟ ਇਜ਼ ਸਾਈਨਡ ਬਾਈ ਐਨ ਚਾਰਟਰਡ ਅਕਾਊਂਟੈਂਟ ਉਹ ਇੱਕ ਅਸਿਊਮ ਕੀਤਾ ਜਾਂਦਾ ਹੈਗਾ ਕਿ ਦੈਟ ਇਜ਼ ਟਰੁਥ, ਨਥਿੰਗ ਬਟ ਦ ਟਰੁਥ। ਬਟ ਹੁਣ ਜਦੋਂ ਇਨਕੁਆਇਰੀ ਕਮਿਸ਼ਨ 'ਚ ਈਸ਼ਰ ਸਿੰਘ ਇਨਕੁਆਇਰੀ ਕਮਿਸ਼ਨ ਰਿਪੋਰਟ 'ਚ ਇਹਨਾਂ ਦੀ ਇੰਟੈਰੋਗੇਸ਼ਨ ਹੋਈ ਹੈ ਉਹਦੇ 'ਚ ਇਹਨਾਂ ਨੇ ਸਾਰੀਆਂ ਚੀਜ਼ਾਂ ਜਿਹੜੀਆਂ ਮੈਂ ਤੁਹਾਡੇ ਨਾਲ ਸ਼ੇਅਰ ਕੀਤੀਆਂ ਐਡਮਿਟ ਕੀਤੀਆਂ ਨੇ। ਸੋ ਇਸ ਐਡਮਿਸ਼ਨ ਤੋਂ ਬਾਅਦ it is a clear violation of the accounting standards and the charter laid by the Institute of Chartered Accountants of India. So ਇਸ ਕਰਕੇ ਉਹਦੀ ਵਾਇਲੇਸ਼ਨ ਲਈ ਅਸੀਂ ਇਹਨਾਂ ਨੂੰ 15 ਦਿਨ ਦਾ ਟਾਈਮ ਦਿੱਤਾ ਹੈਗਾ ਭਈ ਦਿਓ, ਨਹੀਂ ਤਾਂ we will move the Institute of Chartered Accountants of India for removal of his membership and violation ਉਹਦੇ 'ਚ recovery of dues ਜਿਹੜੇ ਇਹਨਾਂ ਨੂੰ ਮਿਲੇ ਨੇ for excess, because ਜਿੰਨੀ ਇਨਕਰੀਮੈਂਟ ਹੋਈ ਹੈ ਉਹਦੇ 'ਚ ਇਹਨਾਂ ਨੇ ਪੁਆਇੰਟ ਆਊਟ ਕੀਤਾ ਇਹਦੇ ਲਈ ਇਹਦੇ ਲਈ ਇਹਦੇ ਲਈ। ਹੁਣ ਕੁਝ ਸਵਾਲ ਲੀਗਲ ਪੁਆਇੰਟ ਇਸ ਕੇਸ ਵਿੱਚ ਜਿਹੜਾ ਸਭ ਤੋਂ ਪਹਿਲੇ ਤੇ
ਨੋਟਿਸ 'ਚ ਆਇਆ ਸੀ 2012 ਵਿੱਚ ਕਿ ਗੁਰੂ ਗ੍ਰੰਥ ਸਾਹਿਬ ਦੇ 267 ਸਰੂਪਸ ਮਿਸਿੰਗ ਹੈਗੇ ਨੇ। ਉਹ ਜਦੋਂ ਇਨਵੈਸਟੀਗੇਸ਼ਨ ਸ਼ੁਰੂ ਹੋਈ ਉਸ ਤੋਂ ਬਾਅਦ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਇੰਟਰਵੀਨ ਕਰਕੇ ਇੱਕ ਕਮਿਸ਼ਨ ਬਣਾਇਆ ਹੈ, ਜਿਹਦੇ ਹੈੱਡ ਸੀ ਈਸਰ ਸਿੰਘ ਐਡਵੋਕੇਟ। ਉਸ ਤੋਂ ਬਾਅਦ ਜਦੋਂ ਫਾਈਂਡਿੰਗਸ ਆਈਆਂ ਨੇ ਉਸ 'ਚ ਪਤਾ ਲੱਗਿਆ ਕਿ ਗਿਣਤੀ ਤਾਂ ਜਿਹੜੀ ਆ ਹੋਰ ਵੱਧ ਗਈ, 328 ਸਰੂਪ ਜਿਹੜੇ ਸੀ ਮਿਸਿੰਗ ਟ੍ਰੇਸ ਆਊਟ ਹੋਏ। ਉਹਦੇ ਵਿੱਚ ਜਿਹੜਾ ਸੀ ਕਮਿਸ਼ਨ ਦੇ ਵਿੱਚ ਜਿਹੜੀ 1200-1300 ਪੇਜ ਦੀ ਰਿਪੋਰਟ ਸੀ, ਅਰਾਊਂਡ 1200 ਪੇजेस ਦੇ ਕਰੀਬ ਹੈਗੀ ਹੈ। ਉਸ ਥੋਰਲੀ ਈਚ ਐਂਡ ਐਵਰੀ ਐਸਪੈਕਟ ਇਹਨਾਂ ਨੇ ਡਿਸਕਸ ਕੀਤਾ ਸੀ। ਜਦੋਂ ਰਿਪੋਰਟ ਆ ਗਈ, ਰਿਪੋਰਟ ਦੇ ਬੇਸਿਸ ਤੇ ਜਿਹੜੇ ਅਕਿਊਜ਼ਡ ਨੇ ਉਹਨਾਂ ਦੇ ਖਿਲਾਫ ਜਦੋਂ ਐਕਸ਼ਨ ਹੋਣਾ ਸੀ, ਐਸਜੀਪੀਸੀ ਨੇ ਆਲ ਆਫ ਸਡਨ ਬਾਦਲ ਫੈਮਿਲੀ ਦੇ ਪ੍ਰੈਸ਼ਰ ਹੇਠ 15 ਸਤੰਬਰ 2020 ਨੂੰ ਇੱਕ ਰੈਜੂਲੇਸ਼ਨ ਮੂਵ ਕਰ ਦਿੱਤਾ, ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਅਸੀਂ ਤਾਂ ਹੁਣ ਇਹਨਾਂ ਦੇ ਖਿਲਾਫ ਕੋਈ ਕ੍ਰਿਮੀਨਲ ਐਕਸ਼ਨ ਨਹੀਂ ਲਵਾਂਗੇ, ਅਸੀਂ ਤਾਂ ਆਪਦਾ ਜਿਹੜਾ ਡਿਪਾਰਟਮੈਂਟਲ ਐਕਸ਼ਨ ਹੈ ਉਹ ਲਵਾਂਗੇ। ਉਸ ਤੋਂ ਬਾਅਦ ਫਿਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਇਹ ਮਹਿਸੂਸ ਕੀਤਾ ਹੈ ਕਿ ਕਿਉਂਕਿ ਇਹ ਸਾਰੇ ਇਸ਼ੂਜ਼ ਨੂੰ ਐਕਸਪੋਜ਼ ਸ਼੍ਰੋਮਣੀ ਕਮੇਟੀ ਨੇ ਕਰਨਾ ਸੀ, ਸ਼੍ਰੋਮਣੀ ਕਮੇਟੀ ਦੀ ਡਿਊਟੀ ਸੀ ਕਿ ਉਹਨਾਂ ਦੇ ਖਿਲਾਫ ਐਕਸ਼ਨ ਕਰੇ। ਸੋ ਉਸ ਤੋਂ ਬਾਅਦ ਅਸੀਂ ਜਿਹੜਾ ਵਾ ਇਹ ਸ਼੍ਰੋਮਣੀ ਕਮੇਟੀ ਨੂੰ ਇਹ ਵੀ ਕਿਹਾ ਕਿ ਉਹ ਜਿਹੜਾ 15 ਸਤੰਬਰ ਵਾਲਾ ਤੁਹਾਡਾ ਰੈਜੂਲੇਸ਼ਨ ਹੈਗਾ ਹੈ ਉਹਨੂੰ ਤੁਸੀਂ ਵਿਡਰਾਅ ਕਰੋ, ਉਹਨੂੰ ਵਾਪਸੀ ਲਓ। ਟਿਲ ਡੇਟ ਅੱਜ ਤਕਰੀਬਨ 6-7 ਮਹੀਨੇ ਹੋ ਗਏ ਨੇ, 8 ਮਹੀਨੇ ਹੋ ਗਏ ਨੇ, ਇਹਨਾਂ ਨੇ ਉਹਨੂੰ ਵਾਪਸੀ ਨਹੀਂ ਲਿਆ। ਸੋ ਅਸੀਂ ਹੁਣ ਇਹਦੇ ਵਿੱਚ ਜਿਹੜਾ ਲੀਗਲ ਜਿਹੜਾ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਹੈਗਾ ਉਹਦੇ 'ਚ ਕੇਸ ਫਾਈਲ ਕੀਤਾ ਹੈ, ਸੋ ਡੈਟ ਜਿਹੜੀ ਰਿਕਵਰੀਜ਼ ਨੇ, ਜਿਹੜਾ ਨੁਕਸਾਨ ਹੋਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਉਹ ਫੁੱਲਫਿਲ ਕਰੀਏ, ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰੀਏ। ਸਰ ਇੱਕ ਹੀ ਸਵਾਲ ਹੈ ਤੁਸੀਂ ਤੋਂ ਜਾਣਨਾ ਚਾਹਾਂਗੇ, ਜਿਹੜੇ 328 ਸਰੂਪ ਦੀ ਗੱਲ ਕਰ ਰਹੇ ਸਰ, ਇਹ ਮਤਲਬ ਕਿਹੜੀ ਸਰੂਪ ਹੈ? ਬਰਗਾੜੀ ਵਾਲਾ ਕੇਸ ਦਾ ਤਾਂ ਨਹੀਂ? ਬਰਗਾੜੀ ਡਿਫਰੈਂਟ ਇਸ਼ੂ ਹੈਗਾ। ਇਹ ਸਰ ਕਿਹੜਾ ਵਾਲਾ ਇਸ਼ੂ? ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 2015 ਤੋਂ ਜਿਹੜੇ ਜੀ ਸਟਾਰਟ ਜੀ ਸਰ। ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 2015 ਤੋਂ ਗੁਰੂ ਸਾਹਿਬ ਦੇ 328 ਸਰੂਪਾਂ ਦੀ ਚਰਚਾ ਬਹੁਤ ਵੱਡੇ ਪੱਧਰ ਤੇ ਉੱਠੀ ਹੋਈ ਹੈ। ਇਹਦੇ ਉੱਤੇ ਐਸਜੀਪੀਸੀ ਨੇ ਈਸ਼ਰ ਸਿੰਘ ਇਨਕੁਆਇਰੀ ਪਾਈ ਸੀ, ਅਕਾਲ ਤਖ਼ਤ ਸਾਹਿਬ ਨੇ ਉਸ ਦਾ ਨੋਟ ਕੀਤਾ ਹੈ ਔਰ ਉਹਦੇ ਵਿੱਚ ਜਿਹੜੇ ਬਿਆਨ ਦਿੱਤੇ ਗਏ ਆ ਉਸ ਤਹਿਤ ਬਹੁਤ ਸਾਰੀ ਮੈਲਫੀਜ਼ੀਐਂਸ ਨੈਗਲੀਜੈਂਸ ਦੇ ਕੇਸ ਆਏ ਆ, ਜਿਹਦੇ ਵਿੱਚੋਂ ਪ੍ਰਮੁੱਖ ਸਤਿੰਦਰਪਾਲ ਸਿੰਘ ਕੋਹਲੀ ਸੀਏ, ਉਹਦੀ ਨੈਗਲੀਜੈਂਸ ਬਹੁਤ ਵੱਡੇ ਪੱਧਰ ਤੇ ਸਾਨੂੰ ਉਹਦੇ ਆਪ ਦੇ ਲਫ਼ਜ਼ਾਂ 'ਚ ਆਈ ਹੈ। ਉਸ ਕਮੇਟੀ ਦੀ ਰਿਪੋਰਟ ਨੂੰ ਲੈ ਕੇ ਅੱਜ ਅਸੀਂ ਐਡਵੋਕੇਟ ਸਿਮਰਨਜੀਤ ਸਿੰਘ ਨਾਲ ਅਤੇ ਸਾਡੇ ਸੀਨੀਅਰ ਜਨਰਲ ਸਕੱਤਰ ਸਰ ਕੁਸ਼ਲਪਾਲ ਸਿੰਘ ਨਾਲ ਨੋਟਿਸ ਸਤਿੰਦਰਪਾਲ ਸਿੰਘ ਕੋਹਲੀ ਨੂੰ ਭੇਜਿਆ ਹੈਗਾ, ਜਿਸ ਵਿੱਚ ਅਸੀਂ ਉਹਨੂੰ ਪੁੱਛਿਆ ਕਿ ਤੇਰੇ ਆਪ ਦੇ ਲਫ਼ਜ਼ਾਂ 'ਚ ਜਿਹੜੀ ਮੈਲਫੀਸੀਐਂਸ ਨੈਗਲੀਜੈਂਸ ਰਹੀ ਹੈ ਉਹ ਤੇਰੇ ਚਾਰਟਰਡ ਅਕਾਊਂਟੈਂਟ ਦੇ ਵਾਅਦੇ ਜਿਹੜੇ ਹੁੰਦੇ ਆ, ਜਿਹੜਾ ਤੁਸੀਂ ਆਪਣਾ ਪੈਕਟ ਬਣਾਉਂਦੇ ਹੋ ਚਾਰਟਰਡ ਅਕਾਊਂਟੈਂਟ ਬਣਨ ਤੇ, ਉਹਦੀ ਉਲੰਘਣਾ ਹੈ ਤੇ ਤੇਰੇ ਉੱਤੇ ਕਾਰਵਾਈ ਕਿਉਂ ਨਾ ਕੀਤੀ ਜਾਏ। ਇਹ ਸਾਨੂੰ ਮਜਬੂਰਨ ਤਾਂ ਕਰਨਾ ਪਿਆ ਕਿਉਂਕਿ ਐਸਜੀਪੀਸੀ ਨੇ ਇਹ ਸਾਰੇ ਕ੍ਰਿਮੀਨਲਸ ਨੂੰ ਮਾਫੀ ਦੇ ਕੇ ਇੰਟਰਨਲ ਪ੍ਰੂਫ ਰੱਖ ਲਿਆ ਹੈਗਾ। ਅਫਸੋਸ ਦੀ ਗੱਲ ਇਹ ਹੈ ਕਿ 328 ਸਰੂਪ ਅੱਜ ਵੀ ਕਿਸੇ ਨੂੰ ਨਹੀਂ ਪਤਾ ਕਿੱਥੇ ਕਿਸ ਹਾਲਾਤ 'ਚ ਹਨ। ਪਿਛਲੇ ਸਮੇਂ 'ਚ ਅਸੀਂ ਦੇਖਿਆ ਕਿ ਇੱਥੇ ਦੀ ਜਿਹੜੀ ਮਾਹੌਲ ਹੈ ਉਹ ਬਹੁਤ ਖਰਾਬ ਹੋਏ ਹੈ, ਕਿਉਂਕਿ ਗੁਰੂ ਸਾਹਿਬ ਦੇ ਸਰੂਪ ਜਿਵੇਂ ਬਰਗਾੜੀ ਕੇਸ ਹੈ ਉਹਦੇ ਵਿੱਚ ਗੰਦੇ ਨਾਲਿਆਂ 'ਚ ਸੁੱਟ ਕੇ ਪਾੜ ਕੇ ਉਹਨਾਂ ਤੇ ਅੱਗ ਲਾ ਕੇ ਇੱਥੇ ਪੰਜਾਬ ਦਾ ਮਾਹੌਲ ਖਰਾਬ ਹੋਇਆ। ਇਹ ਗੈਰ ਜ਼ਿੰਮੇਵਾਰੀ ਹੈ ਐਸਜੀਪੀਸੀ ਦੀ ਕਿ ਉਹਨਾਂ ਨੇ ਕੋਈ ਪ੍ਰੈਸ਼ਰ, ਜਿਹੜੇ ਕਸੂਰ ਵਾਲੇ ਬੰਦੇ ਆ ਉਹਨਾਂ ਦੇ ਉੱਤੇ ਕ੍ਰਿਮੀਨਲ ਕੇਸ ਪਾ ਕੇ ਨਹੀਂ, ਉਹਨਾਂ ਤੇ ਪ੍ਰੈਸ਼ਰ ਪਾ ਕੇ ਇਹ ਕਾਰਡ ਨਹੀਂ ਕੱਢੀ ਹੈਗੀ ਕਿ ਗੁਰੂ ਸਾਹਿਬ ਦੇ ਸਰੂਪ ਕਿੱਥੇ ਹੈ। ਇਹ ਇੱਥੇ ਦੇ ਸਮਾਜਿਕ ਸ਼ਾਂਤ ਮਾਹੌਲ ਤੇ ਉੱਤੇ ਬਹੁਤ ਵੱਡਾ ਪ੍ਰਸ਼ਨ ਚਿੰਨ੍ਹ ਹੈ। ਨਾ ਪੰਜਾਬ ਸਰਕਾਰ, ਨਾ ਜਿਹੜੇ ਹਾਈ ਕੋਰਟ, ਸੁਪਰੀਮ ਕੋਰਟ, ਜਿਨ੍ਹਾਂ ਨੇ ਸੂਓ ਮੋਟੋ ਐਕਸ਼ਨ ਜਦ ਹਿੰਦੂ ਧਰਮ ਦੇ ਜਿਵੇਂ ਬਾਬਾ ਰਾਮਦੇਵ ਹੋਇਆ ਉਹਦੇ ਹੱਕਾਂ ਦੇ ਉੱਤੇ ਪਹਿਰਾ ਦੇ ਕੇ ਸੂਓ ਮੋਟੋ ਐਕਸ਼ਨ ਲਿੱਤੀ ਹੈ, ਅੱਜ ਗੁਰੂ ਸਾਹਿਬ ਦੇ ਸਰੂਪਾਂ ਦੇ ਉੱਤੇ ਕਿਸੇ ਨੇ ਕੋਈ ਕੰਮ ਨਹੀਂ ਕੀਤਾ ਹੈਗਾ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਕੇਸ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ 'ਚ ਪਾਏ ਹੈ ਔਰ ਅੱਜ ਤੁਹਾਨੂੰ ਜਿਵੇਂ ਸਰ ਕੁਸ਼ਲਪਾਲ ਸਿੰਘ ਜੀ ਤੇ ਸਿਮਰਨਜੀਤ ਸਿੰਘ ਜੀ ਦੱਸਣਗੇ, ਅਸੀਂ ਇੰਸਟੀਚਿਊਟ ਆਫ ਚਾਰਟਰਡ ਅਕਾਊਂਟੈਂਟਸ ਦੇ ਸਾਹਮਣੇ ਇਹਦੀ ਮੈਲਫੀਸੀਐਂਸ ਨੈਗਲੀਜੈਂਸ ਤੇ ਆਪਣੇ ਵਾਅਦੇ ਤੋੜਨ ਦੇ ਬਤੌਰ ਚਾਰਟਰਡ ਅਕਾਊਂਟੈਂਟਸ ਦੇ
ਇਹ ਕੇਸ ਵੀ ਪਾਉਣ ਤੇ ਚੱਲੇ ਹੈਗੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੰਡੀਗੜ੍ਹ ਤੋਂ ਸੁਰਿੰਦਰਪਾਲ ਸਿੰਘ ਦੀ ਰਿਪੋਰਟ। ਵਧੇਰੇ ਖਬਰਾਂ ਲਈ ਤੁਸੀਂ ਦੇਖਦੇ ਰਹੋ ਅਜੀਤ ਵੈਬ ਟੀਵੀ।